गुरु का बख्शिया फतेह का नारा करिए बुलंद, उपरंत बाणी की विचार नाल जुड़ना करांगे। गज के आखो जी वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। माज महला पंजवा। सबै सुख भए प्रभ तुठे, गुरपूरे के चरण मन उठे। सहज समाध लगी लेवे अंतर, सो रस सोई जान जियो। सहज समाध लगी लेवे अंतर, सो रस सोई जान जियो। वाहिगुरु। ये पवित्र बचन पंजवें पातशाह शहीदां दे सिरताज छत्र चबर तख्त दे मालक हलत पलत के रखियक आप परमेश्वर सतगुरु धन धन श्री गुरु अर्जन देव जी महाराज जिन्हां ने राग माझ दे विच उचारण कीते। धन धन श्री गुरु अर्जन देव जी महाराज गुरु की महिमा दसदे हन कि जदों साडे ते गुरु खुश हो जावे ते फिर की बख्शा करदे आ। जदों गुरु किसी जीव दे कर्मां ते जां उहदे जीवन ते खुश हो जांदा है ते फिर गुरु सिख दे उत्ते की किरपा करदा है, उस मनुख दे उत्ते की किरपा करदा है, की बख्शा करदा। पातशाह जी का बचन है, जे एक त्रुठ जावे ते कीड़ा थापदा पातशाही लश्कर करे सभा। जिते खुश हो जावे उहनूं राजा बना दिंदा। इस करके धन धन श्री गुरु अर्जन देव महाराज जी बख्शिश करते हैं। माज महला पंजवा। सबे सुख भए प्रभ तुठे, गुरपूरे के चरण मन मुठे। जदों पूरे गुरु दे चरण मेरे हिरदे विच वस गए तां मानो मेरे उत्ते गुरु की किरपा की बारिश होण लगी। गुरु की किरपा का मींह पैण लगे। जिवें पिछे पढ़िया सीगा, पार ब्रह्म प्रभ मेघ पठाया, जल थल महीअल दह दिस वरसाया। जदों परमेश्वर नूं जीवां ते तरस आया, दया आई तो उसने गुरु नूं भेजिया। जीवां दी पुकार सुनिया, धरतियां दीयां पुकारां सुनिया। असल विच ओह धरती ते वसन वाले जीवां दीयां पुकारां। जदों धरती उत्ते जुल्म की तपश, जुल्म की गर्मी बढ़ जाती है और जुल्म के कारण जीव जंतु मनुख तड़फ उठते हैं, फिर परमेश्वर दयालु कृपालु अपने पैरोकारां नूं, अपने प्यारियां नूं, अपने दूसरे स्वरूप गुरु नूं दुनिया विच भेजदा है कि जाओ इन्हां ते सुख वरताओ। इसे तरह ही धन गुरु नानक देव जी दुनिया विच आए तो उन्होंने भी जदों दुनिया नूं तड़फदी वेखिया
ਮਾਤਲੋਕ ਵਿੱਚ ਆਏ। ਪਹਿਲਾਂ ਬਹੁਤ ਛੋਟੇ ਛੋਟੇ ਕੌਤਕ ਉਹਨਾਂ ਨੇ ਕੀਤੇ। ਪਿਤਾ ਨੇ ਸੁਲਤਾਨਪੁਰ ਭੇਜ ਦਿੱਤਾ, ਉੱਥੇ ਮੋਦੀਖਾਨਾ ਚਲਾਇਆ, ਬੜਾ ਵਧੀਆ ਚਲਾਇਆ। ਇੱਕ ਦਿਨ ਅਲੋਪ ਹੋ ਗਏ। ਵੇਈਂ ਨਦੀ 'ਚ ਇਸ਼ਨਾਨ ਕਰਨ ਲੱਗੇ। ਨਗਰ ਨਿਵਾਸੀਆਂ ਨੂੰ, ਗੁਰੂ ਦੇ ਪਿਆਰਿਆਂ ਨੂੰ ਚਿੰਤਾ ਹੋ ਗਈ, ਫਿਕਰ ਹੋ ਗਿਆ ਵੀ ਕੀ ਗੱਲ ਬਣੀ। 3 ਦਿਨ ਲੱਭੇ ਨਹੀਂ। ਤੀਜੇ ਦਿਨ ਤੜਕੇ ਸੰਤ ਘਾਟ ਗੁਰਦੁਆਰਾ ਸਾਹਿਬ ਜੋ ਵੇਈਂ ਨਦੀ ਦੇ ਕਿਨਾਰੇ 'ਤੇ ਬਣਿਆ, ਉੱਥੇ ਜਾ ਪ੍ਰਗਟ ਹੋਏ। ਵਾਪਸ ਆਏ। ਮੋਦੀਖਾਨੇ ਦਾ ਗੇਟ ਖੋਲ੍ਹਿਆ ਜੋ ਦੌਲਤ ਖਾਨ ਨੇ ਬੰਦ ਕਰਾਤਾ ਸੀ। ਸੌਦਾ ਲੈਣ ਵਾਲੇ ਪਿਛਲੇ 3 ਦਿਨਾਂ ਤੋਂ ਤੜਫ ਰਹੇ ਸੀ, ਉਹ ਵੀ ਪਹੁੰਚ ਗਏ। ਕਹਿਣ ਲੱਗੇ ਆਪੇ ਚੱਕ ਲਓ। ਲੋਕਾਂ ਨੇ ਫਿਰ ਜਿਹਦੇ ਜੋ ਹੱਥ ਆਇਆ ਚੱਕ ਕੇ ਲੈ ਗਏ। ਦੌਲਤ ਖਾਨ ਨੇ ਫਿਰ ਬੰਦੇ ਭਜਾਏ, ਕਹਿੰਦੇ ਜਾਓ, ਐਂ ਤਾਂ ਸਾਰਾ ਮੋਦੀਖਾਨਾ ਲੁੱਟਿਆ ਜਾਊਗਾ, ਰੋਕੋ ਲੋਕਾਂ ਨੂੰ, ਗੇਟ ਬੰਦ ਕਰੋ। ਨੌਕਰਾਂ ਨੇ ਆ ਕੇ ਫਿਰ ਲੋਕਾਂ ਨੂੰ ਰੋਕਤਾ, ਗੇਟ ਬੰਦ ਕਰ ਦਿੱਤਾ ਅਤੇ ਗੁਰੂ ਨਾਨਕ ਪਾਤਸ਼ਾਹ ਸ਼ਮਸ਼ਾਨ ਘਾਟ ਵਿੱਚ ਜਾ ਬੈਠੇ। ਉੱਥੇ ਪਰਮੇਸ਼ਰ ਦੇ ਨਾਲ ਧਿਆਨ ਜੋੜ ਲਿਆ। ਧਿਆਨ ਜੋੜ ਕੇ ਪਰਮੇਸ਼ਰ ਦੇ ਚਰਨਾਂ ਨਾਲ ਆਪਣੀ ਦਿਵ ਦ੍ਰਿਸ਼ਟੀ ਖੋਲ੍ਹ ਕੇ ਦੁਨੀਆ ਨੂੰ ਦੇਖਦੇ। ਅਤੇ ਇਹ ਸਾਰੀ ਸਾਖੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਇੱਕ ਸ਼ਬਦ ਵਿੱਚ ਬੰਨ੍ਹਦੇ ਹੈ। ਪਹਿਲਾ ਬਾਬੇ ਪਾਇਆ ਬਖਸ਼ਦਰ, ਜਦੋਂ ਅਲੋਪ ਹੋਏ ਤੇ ਕਿੱਥੇ ਗਏ? ਅਕਾਲ ਪੁਰਖ ਦੇ ਕਹਿੰਦੇ ਚਰਨਾਂ ਵਿੱਚ ਚਲੇ ਗਏ, ਸੱਚਖੰਡ ਚਲੇ ਗਏ। ਸੱਚਖੰਡ ਦੇ ਵਿੱਚੋਂ ਅਕਾਲ ਪੁਰਖ ਨੇ ਫਿਰ ਡਿਊਟੀ ਲਾਈ, ਨਾਨਕ ਹੁਣ ਮੋਦੀਖਾਨੇ ਛੱਡ, ਜਿਹੜੇ ਕੰਮ ਲਈ ਤੈਨੂੰ ਭੇਜਿਆ ਉਹ ਕੰਮ ਸ਼ੁਰੂ ਕਰ, ਜੀਵਾਂ ਨੂੰ ਸੁੱਖ ਵਰਤਾ, ਮੇਰੇ ਬਾਰੇ ਦੱਸ ਲੋਕਾਂ ਨੂੰ। ਤੋ ਮੋਦੀਖਾਨਾ ਛੱਡ ਕੇ ਪਾਤਸ਼ਾਹ ਨੇ ਇਸ ਕੰਮ 'ਤੇ ਹੋ ਗਏ। ਉਹ ਬਖਸ਼ਿਸ਼, ਉਹ ਗੁਰਮੰਤਰ ਜਿਸ ਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ, ਪਰਮੇਸ਼ਰ ਤੋਂ ਲੈ ਕੇ ਆਏ, ਓਂਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ, ਔਰ ਉਸ ਮੂਲ ਮੰਤਰ ਨੂੰ ਲੈ ਕਰਕੇ ਦੁਨੀਆ ਨੂੰ ਪਰਮੇਸ਼ਰ ਦੀ ਜਾਣਕਾਰੀ ਦੇਣੀ ਸ਼ੁਰੂ ਕੀਤੀ। ਭਾਈ ਗੁਰਦਾਸ ਜੀ ਲਿਖਦੇ ਹਨ, ਬਾਬਾ ਪਹਿਲੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਭਾਰੀ ਕਰੀ ਤਪੱਸਿਆ, ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣਿਆਈ। ਵੱਡੇ ਭਾਗਾਂ ਦੇ ਨਾਲ ਹਰੀ ਨਾਲ ਇਕਮਿਕ ਹੋ ਗਏ। ਫਿਰ ਬਾਬਾ ਦੇਖੈ ਧਿਆਨ ਧਰ, ਫਿਰ ਦੁਨੀਆ ਵੱਲ ਧਿਆਨ ਮਾਰਿਆ। ਜਲਤੀ ਸਭ ਪ੍ਰਿਥਵੀ ਦਿਸੇ ਆਈ, ਸਾਰੀ ਧਰਤੀ ਸੜਦੀ ਬਲਦੀ ਦਿਸੀ, ਜੀਵ ਤੜਫਦੇ ਦੇਖੇ। ਚੱਲਿਆ ਸੋਧਣ ਧਰਤ ਲੁਕਾਈ, ਤੇ ਫਿਰ ਧਰਤੀ ਨੂੰ ਧਰਤੀ ਦੇ ਵਸੇ ਲੁਕਾਈ। ਜੀਵਾਂ ਨੂੰ ਤਾਰਨ ਵਾਸਤੇ ਚੱਲਿਆ, ਸੋਧਣ ਵਾਸਤੇ ਭਾਵ ਔਗੁਣਾਂ ਨੂੰ ਕੱਢ ਕੇ ਗੁਣ ਦੇ ਕੇ ਚੰਗੇ ਰਸਤੇ ਪਾਉਣ ਵਾਸਤੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਜਿਨ੍ਹਾਂ ਕੋਲੇ ਗੁਣ ਨਹੀਂ ਉਹਨਾਂ ਨੂੰ ਵੀ ਗੁਣ ਦਿੰਦਾ, ਜਿਨ੍ਹਾਂ ਕੋਲੇ ਹੈਗੇ ਆ ਉਹਨਾਂ ਨੂੰ ਵੀ ਗੁਣਾਂ ਵਿੱਚ ਵਾਧਾ ਕਰਨ ਵਾਸਤੇ ਪਰਮੇਸ਼ਰ ਰੂਪ ਗੁਰੂ ਨਾਨਕ ਚੱਲਿਆ। ਫਿਰ ਜਲਤੀ ਸਭ ਪ੍ਰਿਥਵੀ ਦਿਸੇ ਆਈ, ਚੱਲਿਆ ਸੋਧਣ ਧਰਤ ਲੁਕਾਈ। ਤੇ ਬੇਅੰਤ ਲੋਕਾਂ ਨੂੰ ਮਿਲੇ, ਰਾਜਨੀਤਿਕਾਂ ਨੂੰ ਵੀ ਮਿਲੇ, ਧਰਮ ਦੇ ਮੁਖੀ ਬ੍ਰਾਹਮਣਾਂ ਨੂੰ ਵੀ ਮਿਲੇ, ਜੋਗੀਆਂ ਨੂੰ ਮਿਲੇ। ਜੋਗੀਆਂ ਨੇ ਬਾਬੇ ਨਾਨਕ ਨੂੰ ਕਈ ਢੰਗਾਂ ਦੇ ਨਾਲ ਪਰਖਣਾ ਕੀਤਾ। ਅਖੀਰ ਉਹਨਾਂ ਨੇ ਨਿਚੋੜ ਕੱਢਿਆ ਤੇ ਉਹਨਾਂ ਦੀ ਵਰਡਿੰਗ ਵੀ ਲਿਖਦੇ ਆ ਭਾਈ ਸਾਹਿਬ, ਸਿੱਧ ਆਖਣ ਸਭ ਜਗਤ ਦੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਜੋਗੀਆਂ ਦਾ ਕਿਹਾ ਹੋਇਆ ਵਚਨ ਭਾਈ ਸਾਹਿਬ ਨੇ ਆਪਣੀਆਂ ਵਾਰਾਂ ਵਿੱਚ ਲਿਖ ਦਿੱਤਾ ਕਿ ਸਿੱਧ ਕਹਿੰਦੇ ਆ ਵੀ ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂ। ਸਿੱਧ ਆਖਣ ਸਭ ਜਗਤ ਦੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਸੋ ਇਸ ਤਰ੍ਹਾਂ ਪਰਮੇਸ਼ਰ ਖੁਸ਼ ਹੋਇਆ, ਸ੍ਰਿਸ਼ਟੀ ਦੇ ਜੀਵਾਂ 'ਤੇ ਤਰਸ ਆਇਆ ਤੇ ਤਰੁੱਠਿਆ। ਪਾਰ ਬ੍ਰਹਮ ਪ੍ਰਭ ਮੇਘ ਬਿਠਾਇਆ ਤੇ ਮਾਨੋ ਬੱਦਲ ਦੇ ਰੂਪ ਵਿੱਚ ਗੁਰੂ ਨਾਨਕ ਨੂੰ ਭੇਜਿਆ।
ਜਲ ਥਲ ਮਹੀਲ ਦੈ ਦਿਸ ਵਰਸਾਇਆ। ਜਲਾਂ ਥਲਾਂ ਦੇ ਵਿੱਚ ਧਰਤੀ ਤੋਂ ਆਕਾਸ਼ ਤੱਕ, ਧਰਤੀ ਤੋਂ ਪਤਾਲਾਂ ਤੱਕ, ਜਿੱਥੇ ਜਿੱਥੇ ਵੀ ਜੀਵ ਦਾ ਵਾਸਾ ਹੈ ਉੱਥੇ ਉੱਥੇ ਪਹੁੰਚ ਕੇ ਸਤਿਗੁਰਾਂ ਨੇ ਗਿਆਨ ਬਖਸ਼ਿਆ। ਤੇ ਜੀ ਤੇ ਖੁਸ਼ ਹੋ ਜਾਂਦੇ, ਫਿਰ ਉਸ ਨੂੰ ਨਿਹਾਲ 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 ਕਰ ਦਿੰਦੇ। ਅੱਜ ਦਾ ਬਚਨ ਇਸੇ ਵਿਸ਼ੇ ਤੇ ਹੀ ਆ। ਮਾਝ ਮਹੱਲਾ ਪੰਜਵਾ। ਸਭੈ ਸੁਖ ਭਏ ਪ੍ਰਭ ਤੁਠੇ, ਗੁਰ ਪੂਰੇ ਕੇ ਚਰਨ ਮਨ ਬੁੱਠੇ। ਕਹਿੰਦੇ ਜਦੋਂ ਗੁਰੂ ਖੁਸ਼ ਹੁੰਦਾ ਹੈ ਸਿੱਖ ਦੇ ਉੱਤੇ, ਜੀਵ ਦੇ ਉੱਤੇ ਸਹਿਜੇ ਹੀ ਪਰਮੇਸ਼ਰ ਨਾਲ ਜੋੜ ਦਿੰਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਾ ਰਹੇ ਨੇ, ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਵਪਾਰੀ ਟੱਕਰਿਆ, ਸੌਦਾ ਵੇਚਣ ਵਾਲਾ। ਸੌਦੇ ਦੀ ਗਠੜੀ ਉਹਨੇ ਆਪਣੇ ਮੋਢੇ 'ਤੇ ਸਿੱਟੀ ਹੋਈ ਆ। ਅੱਗੋਂ ਆਉਂਦਾ ਗੁਰੂ ਸਾਹਿਬ ਨੂੰ ਟੱਕਰਿਆ ਤੇ ਗੁਰੂ ਸਾਹਿਬ ਨੇ ਰੋਕ ਲਿਆ। ਕਹਿੰਦੇ ਕਿਵੇਂ ਆ ਸੇਠਾ? ਠੀਕ ਆ ਮਹਾਰਾਜ। ਕੀ ਲਈ ਜਾਣਾ? ਆਹੀ ਜੀ ਨੂਨ ਤੇਲ ਸੌਦਾ ਵੇਚਦੇ ਆ। ਕਹਿੰਦੇ ਵਿਖਾ ਤਾਂ। ਉਹਨੇ ਉਹ ਗਠੜੀ ਥੱਲੇ ਰੱਖ ਲਈ, ਖੋਲ੍ਹੀ, ਚਾਦਰ ਸਿੱਧੀ ਕੀਤੀ। ਗਠੜੀ ਦੇ ਵਿੱਚ ਕੁਝ ਲੋਕਾਂ ਨੇ ਖਾਣ ਪੀਣ ਦਾ ਸਮਾਨ ਰੱਖਿਆ, ਵਿੱਚ ਵੱਟੇ ਰੱਖੇ ਹੋਏ ਆ। ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਵੱਟਿਆਂ ਨੂੰ ਵੇਖਣ ਲੱਗੇ। ਤੇ ਵੱਟਿਆਂ ਨੂੰ ਵੇਖਦੇ ਹੋਏ ਪੁੱਛਦੇ ਐ, ਸੇਠਾ ਆਹ ਕੀ ਆ? ਵੱਡਾ ਵੱਟਾ ਚੱਕ ਲਿਆ ਪੱਥਰ ਦਾ। ਕਹਿੰਦੇ ਇਹ ਕੀ ਹੈ? ਕਹਿੰਦੇ ਜੀ ਇਹ 5 ਸੇਰ ਆ। ਅੱਛਾ 5 ਸੇਰ। ਤੇ ਆਹ ਇਹ ਕਹਿੰਦੇ ਜੀ 2 ਸੇਰ ਆ। ਤੇ ਆ ਤੀਜਾ ਕਹਿੰਦੇ ਇਹ 1 ਸੇਰ ਆ। ਆ ਨਿੱਕਾ ਜਿਹਾ ਕਹਿੰਦੇ ਜੀ ਇਹ ਪਾਈ ਆ। ਕਹਿੰਦੇ ਬਾਬੇ ਨਾਨਕ ਨੇ ਉਹ ਛੋਟਾ ਜਿਹਾ ਵੱਟਾ, ਸਭ ਤੋਂ ਛੋਟਾ ਵੱਟਾ ਚੱਕਿਆ, ਹੱਥ ਉੱਤੇ ਰੱਖਿਆ ਤੇ ਉਹਨੂੰ ਐਦਾਂ ਤੋਲਣ ਲੱਗੇ। ਐਦਾਂ ਕਰਦੇ ਕਰਦੇ ਕਹਿੰਦੇ ਪਾਈ ਆ ਪਾਈ ਆ ਪਾਈ ਆ। ਸਭ ਤੋਂ ਚੰਗਾ ਵੱਟਾ ਪਾਈਏ ਦਾ। ਕਹਿੰਦਾ ਮੰਗਦਾ ਜਿਹੜਾ ਹੋਰ ਪਾ ਦੇ, ਹੋਰ ਪਾ ਦੇ, ਹੋਰ ਪਾ ਦੇ। ਇੰਨੀਆਂ ਗੱਲਾਂ ਕਰਦੇ ਕਰਦੇ ਨਾ ਬਾਬੇ ਨਾਨਕ ਨੇ ਉਹ ਸੇਠ 'ਤੇ ਕਿਰਪਾ ਕਰਦੀ, ਉਹਦੀ ਸਮਾਧੀ ਲਵਾਤੀ, ਉਹਨੂੰ ਪਰਮੇਸ਼ਰ ਨਾਲ ਜੋੜਤਾ। ਉਹਦੇ ਅੰਦਰ ਦੇਖ ਨਾ ਕੁਦਰਤ ਹੀ ਬਦਲ ਦਿੱਤੀ, ਵਾਤਾਵਰਨ ਬਦਲਤਾ। ਹੈਰਾਨ ਹੋ ਗਿਆ ਉਹ ਵੀ ਇਹ ਮਹਾਂਪੁਰਸ਼ਾਂ ਨੇ ਬਚਨ ਕਰਦੇ ਕਰਦੇ ਕੀ ਕਰਤਾ। ਉਹਨੂੰ ਦੁਨੀਆ ਹੋਰ ਦੀ ਹੋਰ ਹੀ ਦਿਖਾਈ ਦੇਣ ਲੱਗੀ। ਉਹ ਪੈਰੀ ਪੈ ਗਿਆ। ਵਾਹ ਮਹਾਰਾਜ, ਆ ਕੀ ਕਿਰਪਾ ਕਰ ਦਿੱਤੀ ਤੁਸੀਂ ਮੇਰੇ 'ਤੇ। ਕਹਿੰਦੇ ਇਹਨੂੰ ਹੀ ਕਹਿੰਦੇ ਹਨ ਬ੍ਰਹਮ ਗਿਆਨ, ਖੁਦ ਦਾ ਗਿਆਨ। ਸਹਿਜ ਸਮਾਧ ਲੱਗੀ ਲਵੇ ਅੰਤਰ, ਸੋ ਰਸ ਸੋਈ ਜਾਣੈ ਜੀਓ। ਇਹ ਤਾਂ ਫਿਰ ਜਿਨ੍ਹਾਂ ਨੂੰ ਦਿੰਦਾ ਉਹਨਾਂ ਨੂੰ ਉਸ ਰਸ ਦਾ, ਉਸ ਸਵਾਦ ਦਾ, ਉਸ ਨਾਮ ਦੇ ਰਸ ਦਾ ਪਤਾ ਲੱਗਦਾ। ਤੇ ਇੰਨੀਆਂ ਵਿਚਾਰਾਂ ਕਰਕੇ ਕਹਿੰਦੇ ਉਹ ਵਪਾਰੀ ਨੇ ਆਪਣੀ ਕਠੜੀ ਇਕੱਠੀ ਕੀਤੀ। ਸਤਿਗੁਰਾਂ ਦਾ ਸ਼ੁਕਰੀਆ ਕਰਦਾ ਹੋਇਆ ਉਹ ਵਪਾਰੀ ਚਲਿਆ ਗਿਆ। ਭਾਈ ਸਾਹਿਬ ਭਾਈ ਬਾਲਾ ਜੀ ਪੁੱਛਦੇ ਹਨ, ਮਹਾਰਾਜ ਇਹਦੇ ਬੜੀ ਕਿਰਪਾ ਕੀਤੀ, ਤੁਰੇ ਜਾਂਦੇ ਤੇ ਨਾ ਇਹ ਤੋਂ ਕੋਈ ਸੇਵਾ ਕਰਾਈ, ਨਾ ਇਹ ਤੋਂ ਕੋਈ ਸਿਮਰਨ ਕਰਾਇਆ, ਨਾ ਇਹਦੇ ਕੋਲੋਂ ਕੋਈ ਤੁਸੀਂ ਖਾਸ ਗੱਲ ਕੀਤੀ, ਬਸ ਜਾਂਦੇ ਜਾਂਦੇ ਹੀ। ਕਹਿੰਦੇ ਭਾਈ ਬਾਲਿਆ ਇਹ ਨਾ ਹਜ਼ਾਰਾਂ ਸਾਲਾਂ ਤੋਂ ਮੈਨੂੰ ਲੱਭਦਾ ਫਿਰਦਾ ਸੀ। ਕਹੋ ਸਤਨਾਮ। ਹਜ਼ਾਰਾਂ ਸਾਲਾਂ ਤੋਂ ਮੈਨੂੰ ਮਿਲਣ ਦੀ ਲੋਚਦਾ ਸੀਗਾ। ਇਹ ਬੰਦਾ ਠੀਕ ਸੀਗਾ। ਜਿਵੇਂ ਕਹਿ ਦਿਓ ਕਿ ਦੀਵਾ ਤਿਆਰ ਸੀ, ਤੇਲ ਪਾਇਆ ਪਿਆ ਸੀ, ਬੱਤੀ ਪਾਈ ਸੀ, ਆਪਾਂ ਤਾਂ ਸੀਖ ਹੀ ਲਾਉਣੀ ਸੀ, ਜਗਾਉਣਾ ਹੀ ਸੀਗਾ। ਇਉਂ ਗੁਰੂਆਂ ਨੇ ਸੁੱਤਿਆਂ ਹੋਇਆਂ ਨੂੰ ਜਗਾਇਆ, ਜਗ੍ਹਾ ਜਗ੍ਹਾ 'ਤੇ ਜਾ ਕੇ, ਜਿਵੇਂ ਵਪਾਰੀ ਨੂੰ ਜਗਾਇਆ। ਸਭੇ ਸੁੱਖ ਭਏ ਪ੍ਰਭ ਤੁਠੇ। ਜੇ ਆਤਮ ਸੁੱਖ ਮਿਲ ਗਿਆ ਬੰਦੇ ਨੂੰ ਤੇ ਸਾਰੇ ਸੁੱਖ ਆ ਗਏ। ਜੇ ਆਤਮਿਕ ਸੁੱਖ ਨਹੀਂ ਹੈ, ਬਾਹਰ ਭਾਵੇਂ ਕੋਠੇ ਮਾਇਆ ਦੇ ਭਰੇ ਪਏ ਹੋਣ, ਸਾਰੀਆਂ ਸਹੂਲਤਾਂ ਘਰ ਵਿੱਚ ਹੋਣ, ਤਾਂ ਵੀ ਉਹ ਸੁਖੀ ਨਹੀਂ ਹੋ ਸਕਦਾ। ਤੇ ਆਤਮ ਸੁੱਖ ਜਿਹੜਾ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ।
ਸਭੇ ਸੁਖ ਭਏ ਪ੍ਰਭ ਤੁਠੇ, ਗੁਰ ਪੂਰੇ ਕੇ ਚਰਨ ਮਨ ਬੁੱਠੇ। ਸਹਿਜ ਸਮਾਧ ਲਗੀ ਲਿਵ ਅੰਤਰ, ਸੋ ਰਸ ਸੋਈ ਜਾਣੈ ਜੀਓ। ਇਸ ਰਸ ਨੂੰ ਉਹੀ ਜਾਣਦੇ ਆ ਜਿਨ੍ਹਾਂ ਨੇ ਪੀਤਾ। ਆਪਾਂ ਕੱਲ ਗੱਲ ਕਰਦੇ ਸੀਗੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਵੀ ਦਰਬਾਰ ਦੀ। ਛੋਟਾ ਜਿਹਾ ਕਵੀ ਦਾ ਵਾਰਤਾ ਆਉਂਦੀ ਹੈ ਇਤਿਹਾਸ ਵਿੱਚ। ਉਸ ਕਵੀ ਦਾ ਨਾਮ ਹੈ ਹੰਸ ਰਾਮ। ਘਰ ਵਿੱਚ ਬੜੀ ਗਰੀਬੀ ਆ, ਤੇ ਜਿਸ ਵੇਲੇ ਹੰਸ ਰਾਮ ਨੂੰ ਪਤਾ ਲੱਗਿਆ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੇ ਵਿੱਚ ਕਵੀ ਦਰਬਾਰ ਲਾਉਂਦੇ ਆ ਔਰ ਕਵੀਆਂ ਤੇ ਬੜੀਆਂ ਬਖਸ਼ਾਂ ਕਰਦੇ ਆ, ਚੱਲ ਮਨਾ ਤੂੰ ਵੀ ਕੋਈ ਦਾਤ ਲੈ ਆ ਉਹਨਾਂ ਕੋਲੋਂ। ਤੇ ਇਹ ਕਵੀ ਵੀ ਘਰੋਂ ਚੱਲਿਆ। ਗਰੀਬੀ ਦੇ ਕਾਰਨ ਬਸਤਰ ਵੀ ਬਹੁਤੇ ਚੰਗੇ ਨਹੀਂ, ਪੈਰਾਂ ਵਿੱਚ ਜੁੱਤੀ ਜੋੜਾ ਵੀ ਨਹੀਂ ਹੈ। ਜਿਸ ਵੇਲੇ ਸਤਿਗੁਰਾਂ ਦੇ ਦਰਬਾਰ ਕੋਲ ਪਹੁੰਚਿਆ, ਪਹਿਰੇਦਾਰ ਖੜੇ ਆ ਗੇਟ ਤੇ, ਕਹਿਣ ਲੱਗੇ ਵੀ ਆ ਬਈ ਕਿਵੇਂ ਆ? ਕਹਿਣ ਲੱਗੇ ਮੈਂ ਗੁਰੂ ਸਾਹਿਬ ਨੂੰ ਮਿਲਣਾ। ਕੌਣ ਹੈ ਤੂੰ? ਕਹਿੰਦਾ ਮੈਂ ਵੀ ਕਵੀ ਹਾਂ ਛੋਟਾ ਜਿਹਾ। ਕਹਿੰਦੇ ਕਵੀ ਆ ਯਾਰ, ਲੱਗਦਾ ਤਾਂ ਹੈ ਨਹੀਂ, ਤੇਰੇ ਵਸਤਰ ਬੁਸਤਰ ਜਮਾਂ ਹੀ ਪੁਰਾਣੇ ਫਟੇ ਹੋਏ। ਕਹਿੰਦੇ ਕੋਈ ਗੱਲ ਨਹੀਂ, ਦਰਸ਼ਨ ਕਰਨ ਆਇਆ ਮੈਂ, ਜਾ ਬੜਾ। ਉਹਨੂੰ ਅੰਦਰ ਭੇਜ ਦਿੱਤਾ। ਸਤਿਗੁਰਾਂ ਦੇ ਸਾਹਮਣੇ ਨੇ ਜਾ ਕੇ ਨਮਸਕਾਰ ਕੀਤੀ। ਪਾਤਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਇਹਦੇ ਉੱਤੇ ਪਈ ਸਿੱਧੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਛਦੇ ਆ, ਸਿੱਖਾ ਖੜਾ ਹੋ। ਹਾਂ ਮਹਾਰਾਜ। ਬੇਅੰਤ ਕਵੀਆਂ ਦਾ ਦਰਬਾਰ ਲੱਗਿਆ, ਕਵੀ ਬੈਠੇ ਆ। ਕਵੀ ਨੂੰ ਖੜਾ ਕਰ ਲਿਆ। ਕਿੱਥੋਂ ਆਇਆ ਤੂੰ ਭਾਈ? ਮਹਾਰਾਜ ਜੀ ਮੈਂ ਕਟੌਚੀਆ ਰਿਆਸਤ ਵਿੱਚੋਂ ਆਇਆ, ਜਿੱਥੇ ਦਾ ਕਿਰਪਾਲ ਚੰਦ ਰਾਜਾ ਕਟੌਚੀਆ ਰਾਜਾ ਹੈ। ਅੱਛਾ, ਕੀ ਨਾਮ ਹੈ ਤੇਰਾ? ਕਹਿਣ ਲੱਗਿਆ ਜੀ ਗਰੀਬਾਂ ਦੇ ਕਾਹਦੇ ਨਾਮ ਹੁੰਦੇ ਆ, ਨਾਮ ਤਾਂ ਅਮੀਰਾਂ ਦੇ ਹੁੰਦੇ ਆ। ਪਾਤਸ਼ਾਹ ਕਹਿੰਦੇ ਫਿਰ ਵੀ ਮਾਂ ਪਿਓ ਨੇ ਕੋਈ ਨਾਮ ਤਾਂ ਰੱਖਿਆ ਹੋਊਗਾ। ਕਹਿੰਦੀ ਜੀ ਨਾਮ ਤਾਂ ਮਾਂ ਪਿਓ ਨੇ ਬੜਾ ਵੱਡਾ ਰੱਖਿਆ ਸੀ, ਪਰ ਮੈਂ ਉਹ ਨਾਂ ਕਦੇ ਸੁਣਿਆ ਹੀ ਨਹੀਂ ਕਿਸੇ ਕੋਲੋਂ। ਕੀ ਨਾਮ ਰੱਖਿਆ ਸੀਗਾ? ਕਹਿੰਦੇ ਜੀ ਨਾਮ ਤਾਂ ਮੇਰਾ ਹੰਸ ਰਾਮ ਰੱਖਿਆ ਸੀਗਾ, ਪਰ ਲੋਕ ਤਾਂ ਮੈਨੂੰ ਹੰਸੂ ਹੰਸੂ ਕਹਿ ਕੇ ਸਾਦੇ ਆ। ਮੈਂ ਤਾਂ ਹੰਸੂ ਹੀ ਸੁਣਦਾ, ਜਿੱਦੇ ਨਾ ਸੁਣਦਾ। ਸਤਿਗੁਰ ਨੇ ਇਹ ਸੁਣਨ ਦੀ ਖਵਾਇਸ਼ ਵੀ ਇਹਦੀ ਪਹਿਲਾਂ ਪੂਰੀ ਕੀਤੀ। ਕਹਿੰਦੇ ਹੰਸੂ ਰਾਮ ਜੀ। ਜਦੋਂ ਹੰਸੂ ਰਾਮ ਜੀ ਕਿਹਾ ਤੇ ਹੰਸ ਰਾਮ ਹੈਰਾਨ ਹੋਇਆ। ਮੈਂ ਤਿੰਨਾਂ ਲੋਕਾਂ ਦਾ ਮਾਲਕ, 14 ਲੋਕਾਂ ਦਾ ਮਾਲਕ, ਧਰਤੀ ਪਤਾਲ ਆਕਾਸ਼ ਦਾ ਮਾਲਕ ਮੈਨੂੰ ਜੀ ਕਹਿ ਕੇ ਬੁਲਾ ਰਿਹਾ। ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਕਹਿੰਦੇ ਜੇ ਕੋਈ ਰੱਬ ਦੇ ਪਿਆਰਿਆਂ ਨੂੰ ਜੀ ਕਹਿ ਦੇਵੇ, ਉਹਨਾਂ ਨੂੰ ਜਮਦੂਤ ਨਹੀਂ ਬੁਲਾਉਂਦੇ। ਇੱਥੇ ਉਲਟਾ ਗੁਰੂ ਮੈਨੂੰ ਜੀ ਕਹਿ ਕੇ ਬੁਲਾ ਰਿਹਾ ਹੈ। ਹੱਥ ਬੰਨ ਗਿਆ, ਨਿਮਰਤਾ ਵਿੱਚ ਹੋਰ ਵੀ ਜ਼ਿਆਦਾ ਡੁੱਬ ਗਿਆ, ਨੀਵੀਂ ਪੈ ਗਈ। ਮਹਾਰਾਜ ਕਹਿੰਦੇ ਫਿਰ ਹੰਸੂ ਰਾਮ ਜੀ ਕੋਈ ਕਵਿਤਾ ਸੁਣਾਓ। ਕਹਿੰਦੇ ਹੰਸੂ ਰਾਮ ਨੇ ਫਿਰ ਕਵਿਤਾ ਸੁਣਾਉਣੀ ਸ਼ੁਰੂ ਕੀਤੀ। ਇੱਕ ਕਵਿਤਾ ਪੂਰੀ ਹੋਈ, ਕਹਿੰਦੇ ਇੱਕ ਹੋਰ ਸੁਣਾਓ। ਉਹਨੇ ਇੱਕ ਹੋਰ ਸੁਣਾਈ। ਬਾਦਸ਼ਾਹ ਕਹਿੰਦੇ ਇੱਕ ਹੋਰ ਸੁਣਾਓ। ਵੈਸੇ ਤਾਂ ਸਾਰੇ ਕਵੀਆਂ ਨੂੰ ਟਾਈਮ ਦੇਣਾ ਸੀ, ਪਰ ਅੱਜ ਇਸੇ ਤੋਂ ਸੁਣੀ ਗਏ 1.5 ਘੰਟਾ। ਇਹ ਵੀ ਬੜਾ ਹੈਰਾਨ ਵੀ ਗੁਰੂ ਇੰਨੇ ਤਰੁੱਠ ਗਏ ਅੱਜ ਮੇਰੇ ਤੇ। ਸਭੇ ਸੁਖ ਭਏ ਪ੍ਰਭ ਤਰੁੱਠੇ, ਗੁਰ ਪੂਰੇ ਕੇ ਚਰਨ ਮਨ ਬੁੱਠੇ। ਤੇ ਗੁਰੂ ਪਿਆਰਿਓ, ਉਹ ਪ੍ਰੇਮ ਆਪਣਾ ਹੰਸ ਰਾਮ ਜਿਹੜਾ ਹੈ ਬੜਾ ਖੁਸ਼ੀ ਦੇ ਨਾਲ ਕਵਿਤਾਵਾਂ ਸੁਣਾਉਂਦਾ ਰਿਹਾ। ਤੇ 1.5 ਘੰਟਾ ਬਤੀਤ ਹੋ ਗਿਆ। ਦੂਜੇ ਕਵੀ ਸੁਣਦੇ ਰਹੇ ਬੈਠੇ। ਸਭਾ ਲੱਗੀ ਹੈ, ਦਰਬਾਰ ਲੱਗਿਆ ਹੈ। ਤੇ ਜਿਸ ਵੇਲੇ 1.5 ਘੰਟਾ ਹੋ ਗਿਆ, ਪਾਤਸ਼ਾਹ ਨੇ ਬਹੁਤ ਖੁਸ਼ ਕੀਤਾ ਹੰਸ ਰਾਮ। ਇੱਦਾਂ ਕਰੋ ਬਈ, ਖਜ਼ਾਨਚੀ ਨੂੰ ਬੁਲਾਓ। ਕਹਿੰਦੇ ਖਜ਼ਾਨਚੀ ਨੂੰ ਸੱਦਿਆ। ਖਜ਼ਾਨਚੀ ਨੂੰ ਪਾਤਸ਼ਾਹ ਕਹਿਣ ਲੱਗੇ, ਭਾਈ ਆਪਣੇ ਖਜ਼ਾਨੇ 'ਚ ਮਾਇਆ ਕਿੰਨੀ ਕੁ ਪਈ ਹੈ? ਕਹਿੰਦੇ ਜੀ ਆਪਣੇ ਖਜ਼ਾਨੇ 'ਚ ਮਾਇਆ ਇਸ ਵੇਲੇ 18,000 ਚਾਂਦੀ ਦਾ ਰੁਪਈਆ ਪਿਆ।
ਕਹਿੰਦੇ ਸਾਰਾ ਖਜ਼ਾਨਾ ਖਾਲੀ ਕਰਦੇ ਅੱਜ। ਕਹੋ ਸਤਨਾਮ ਸ੍ਰੀ। 18,000 ਦਾ 18,000 ਚਾਂਦੀ ਦਾ ਰੁਪਈਆ ਥੈਲੀਆਂ 'ਚ ਪਾ ਕੇ ਲਿਆ। ਉਹ ਹੈਰਾਨ ਹੋਇਆ। ਹੰਸ ਰਾਮ ਕਹਿੰਦਾ ਜੀ ਇੰਨੀ ਮਾਇਆ ਮੈਂ ਕਿੱਥੇ ਰੱਖੂੰਗਾ, ਮੈਨੂੰ ਇੰਨੀ ਮਾਇਆ ਦੀ ਲੋੜ ਨਹੀਂ ਹੈਗੀ, ਮੇਰਾ ਤਾਂ 5-4 ਰੁਪਈਆਂ ਨਾਲ ਹੀ ਸਰ ਜਾਣਾ। ਨਹੀਂ ਮਹਾਰਾਜ। ਕਹਿੰਦੇ ਨਹੀਂ, ਉਹ ਹੁਣ ਮੇਰੀ ਮਰਜ਼ੀ ਆ, ਕੀ ਦੇਣਾ, ਗੁਰੂ ਦੀ ਮਰਜ਼ੀ ਆਪੇ ਹੀ। ਤਾਂ ਹੁਣ ਗੁਰੂ ਪਿਆਰਿਓ ਭਾਈ ਸਾਹਿਬ ਜੀ ਨੀਵੀਂ ਪਾ ਕੇ ਖੜੇ ਆ ਹੰਸ ਰਾਮ ਜੀ, ਤੇ ਸਤਿਗੁਰਾਂ ਦਾ ਖਜ਼ਾਨਚੀ ਗਿਆ, ਖਜ਼ਾਨੇ 'ਚੋਂ 18,000 ਚਾਂਦੀ ਦਾ ਰੁਪਈਆ ਥੈਲੀਆਂ 'ਚ ਪਾ ਕੇ ਚੱਕ ਲਿਆਇਆ ਤੇ ਸਾਹਮਣੇ ਰੱਖਤਾ। ਲੋ ਮਹਾਰਾਜ। ਸਾਰੇ ਕਵੀ ਹੈਰਾਨ ਹੈ ਕਿ ਅੱਜ ਇਸ ਕਵੀ ਦੇ ਉੱਤੇ ਪਾਤਸ਼ਾਹ ਨੇ ਕਿੰਨੀ ਕਿਰਪਾ ਕੀਤੀ ਆ। ਫਿਰ ਹਜੇ ਰੁਕੇ ਨਹੀਂ ਕਿਰਪਾ ਤੋਂ। ਜਦੋਂ ਦਾਤਾ ਦੇਣ ਦੇ ਘਰ 'ਚ ਆਉਂਦਾ ਨਾ, ਫਿਰ ਸੋਚਦਾ ਮੈਂ ਇਹਨੂੰ ਕੀ ਦੇਵਾਂ, ਆਹ ਵੀ ਦੇ ਦਿਆਂ, ਆਹ ਵੀ ਦੇ ਦਿਆਂ, ਇੰਨੀ ਖੁਸ਼ੀ 'ਚ ਆਉਂਦਾ ਜਦੋਂ। ਉਸ ਵੇਲੇ ਫਿਰ ਪਾਤਸ਼ਾਹ ਸਿੱਖਾਂ ਨੂੰ ਕਹਿਣ ਲੱਗੇ ਵੀ ਆਪਣਾ ਜਿਹੜਾ ਹਾਥੀ ਹੈ ਨਾ ਸੁੰਦਰ ਜਾ, ਉਹ ਲੈ ਕੇ ਆਓ ਸਜਾ ਕੇ, ਉਹ 'ਤੇ ਹੌਦਾ ਹੁਦਾ ਪਾ ਕੇ ਤਿਆਰ ਕਰਕੇ ਲਿਆਓ। ਕਹਿੰਦੇ ਸਿੰਘਾਂ ਨੇ ਜਾ ਕਰਕੇ ਹਾਥੀ ਤਿਆਰ ਕੀਤਾ, ਉੱਤੇ ਹੌਦਾ ਪਾਇਆ। ਹੌਦਾ ਹੁੰਦਾ ਹੈਗਾ ਹਾਥੀ ਦੀ ਸੀਟ, ਜਿਹਦੇ ਵਿੱਚ 5-7-10 ਬੰਦੇ ਬਹਿ ਜਾਂਦੇ ਆ। ਹੌਦਾ ਪਾ ਕਰਕੇ ਘੰਟੀਆਂ ਕੁੰਟੀਆਂ ਬੰਨ੍ਹ ਕੇ ਉਹਦੇ ਤਿਆਰ ਕਰਕੇ ਸ਼ਿੰਗਾਰ ਕਰਕੇ ਹਾਥੀ ਲਿਆਂਦਾ। ਕਹਿਣ ਲੱਗੇ ਸਿੰਘੋ ਆ ਸਾਰੀ ਮਾਇਆ ਹੌਦੇ 'ਚ ਰੱਖੋ, ਹਾਥੀ 'ਤੇ ਰੱਖੋ। ਹਾਥੀ 'ਤੇ ਰੱਖ ਦਿੱਤੀ। ਕਹਿੰਦੇ ਘੋੜਾ ਲਿਆਓ ਤੇ ਨਗਾਰਾ ਬੰਨ੍ਹ ਕੇ। ਇਹ ਘੋੜੇ 'ਤੇ ਨਗਾਰੇ ਬੰਨੇ 2 ਛੋਟੇ। ਕਹਿਣ ਲੱਗੇ ਵੀ ਇੱਦਾਂ ਕਰੋ, ਨਾਲ ਇਹਦੇ 20-25 ਸਿੰਘ ਜਾਓ ਘੋੜ ਸਵਾਰ, ਤੇ ਸ਼ਾਹੀ ਠਾਠ ਦੇ ਨਾਲ ਇਹਨੂੰ ਛੱਡ ਕੇ ਆਓ ਇਹਨਾਂ ਦੇ ਪਿੰਡ। ਕਹੋ ਸਤਨਾਮ ਸ੍ਰੀ। ਸਾਰੇ ਕਵੀ ਹੈਰਾਨ ਹੈ, ਕਵੀ ਹੰਸ ਰਾਮ ਜੀ ਹੈਰਾਨ ਹੈ ਵੀ ਕਮਾਲ ਹੈ, ਐਡਾ ਵੱਡਾ ਦਾਤਾ ਸਾਡਾ। ਜਿਸ ਕਾ ਸਾਹਿਬ ਏਵਡ ਹੋਏ, ਜਿਹਦਾ ਦਾਤਾ ਐਡਾ ਵੱਡਾ ਹੋਵੇ, ਸੋ ਜਨ ਪਰ ਘਰ ਜਾਤ ਨਾ ਸੋਹੀ, ਉਹ ਫਿਰ ਵੀ ਆਸੇ ਪਾਸੇ ਤੁਰਿਆ ਫਿਰੇ। ਤੇ ਯਾਰ ਕਮਾਲ ਦੀ ਗੱਲ ਹੈ। ਪਾਤਸ਼ਾਹ ਕਹਿੰਦੇ ਨਗਾਰਾ ਵਜਾਉਂਦੇ ਜਾਣਾ ਇਹਨਾਂ ਦੇ ਪਿੰਡ ਤੱਕ। ਕਟੌਚ ਦੀ ਰਿਆਸਤ ਵਿੱਚ ਨਗਾਰਾ ਵੱਜਦਾ ਜਾ ਰਿਹਾ। ਰਸਤੇ ਵਿੱਚ ਲੋਕ ਖੜੇ, ਹੱਥ ਬੰਨ੍ਹੀ ਖੜੇ ਆ ਵੀ ਕੋਈ ਰਾਜਾ ਜਾ ਰਿਹਾ। ਤਾਂ ਇਸ ਤਰ੍ਹਾਂ ਚੱਲਦੇ ਚੱਲਦੇ ਕਟੌਚੀਆ ਰਿਆਸਤ ਵਿੱਚ ਪਹੁੰਚੇ। ਜਦੋਂ ਨਗਾਰੇ ਦੀ ਆਵਾਜ਼ ਸੁਣ ਕੇ ਕਟੌਚੀਆ ਰਾਜਾ ਵੀ ਬਾਹਰ ਆ ਗਿਆ ਕਮਰੇ 'ਚੋਂ, ਆਪਣੇ ਘਰੋਂ ਬਾਹਰ ਆ ਗਿਆ, ਮਹਿਲਾਂ 'ਚੋਂ ਬਾਹਰ ਆ ਕੇ ਦੇਖਦਾ ਹੈ ਵੀ ਇਹ ਕੌਣ ਹੈ। ਨਾਲ ਇਹਦੇ ਸਿੰਘ ਹੈ, ਅੱਗੇ ਨਗਾਰਾ ਵੱਜ ਰਿਹਾ ਹੈ, ਹਾਥੀ 'ਤੇ ਬੈਠਾ ਹੈ, ਤੇ ਹਾਥੀ ਵੱਲ ਨੂੰ ਕਹਿੰਦਾ ਹਾਥੀ ਰੋਕਿਓ। ਤੇ ਕਿਰਪਾਲ ਚੰਦ ਕਟੌਚੀਆ ਹੱਥ ਬੰਨ੍ਹ ਕੇ ਖੜਾ। ਭਾਈ ਸਾਹਿਬ ਜੀ ਤੁਸੀਂ ਕਿੱਥੋਂ ਦੇ ਰਾਜੇ ਹੋ? ਕਹੋ ਸਤਨਾਮ ਸ੍ਰੀ। ਇੱਥੇ ਉਦੋਂ ਵੀ ਹੈਰਾਨ ਹੋਇਆ ਹੰਸ ਰਾਮ, ਕਹਿੰਦੇ ਯਾਰ ਕਮਾਲ ਹੋ ਗਈ, ਇੱਕ ਰਾਜਾ ਵੀ ਹੱਥ ਬੰਨ੍ਹ ਕੇ ਪੁੱਛਦਾ ਤੁਸੀਂ ਕਿੱਥੋਂ ਦੇ ਰਾਜੇ ਹੋ। ਪਰ ਕਿਰਪਾਲ ਚੰਦ ਕਟੌਚੀਏ ਦੇ ਇਹ ਪੁੱਛਣ 'ਤੇ ਹੰਸ ਰਾਮ ਸੱਚ ਬੋਲਿਆ, ਕਹਿੰਦਾ ਮੈਂ ਕਿਤੋਂ ਦਾ ਰਾਜਾ ਨਹੀਂ ਹੈਗਾ। ਕਹਿੰਦੇ ਰਾਜਾ ਨਹੀਂ ਹੈਗਾ, ਫਿਰ ਤੂੰ ਹਾਥੀ 'ਤੇ ਕਿਵੇਂ ਬੈਠਾ? ਆ ਲਾਓ ਲਸ਼ਕਰ ਨਾਲ ਫੌਜਾਂ, ਨਗਾਰਾ ਆਦਿ ਆਦਿ, ਇਹ ਕਿਵੇਂ? ਪੁਰਾਣੇ ਸਮਿਆਂ ਦੇ ਵਿੱਚ ਨਾ ਇਹ ਪਹਾੜੀਏ ਲੋਕ ਜਾਂ ਬ੍ਰਾਹਮਣ ਲੋਕ ਕਿਸੇ ਹੋਰ ਦੀ ਚੜ੍ਹਦੀ ਕਲਾ ਵੇਖ ਕੇ ਨਾ ਪਚਦੀ ਨਹੀਂ ਸੀ ਇਹਨਾਂ ਲੋਕਾਂ ਦੇ। ਤੇ ਕਿਰਪਾਲ ਚੰਦ ਕਟੌਚੀਆ ਕਹਿੰਦਾ ਫਿਰ ਤੂੰ ਹਾਥੀ 'ਤੇ ਆਏ ਕਿਵੇਂ ਸ਼ਾਹੀ ਠਾਠ ਨਾਲ ਬੈਠਾ, ਜੇ ਤੂੰ ਰਾਜਾ ਨਹੀਂ? ਕਹਿੰਦਾ ਮੈਂ ਰਾਜਾ ਤਾਂ ਨਹੀਂ, ਪਰ ਮੈਂ ਗੁਰੂ ਗੋਬਿੰਦ ਸਿੰਘ ਦੇ ਘਰ ਦਾ ਇੱਕ ਮੰਗਤਾ ਹਾਂ। ਕਹੋ ਸਤਨਾਮ ਸ੍ਰੀ। ਭੁੱਲਿਆ ਨਹੀਂ ਪਿਛੋਕੜ ਨੂੰ, ਪਿਛੋਕੜ ਵੀ ਯਾਦ ਰੱਖਦਾ ਹੈ, ਪਰ ਇਹਦੇ ਵਿੱਚ ਵਡਿਆਈ ਗੁਰੂ ਗੋਬਿੰਦ ਸਿੰਘ ਜੀ ਦੀ ਹੋ ਰਹੀ ਆ, ਪਿਤਾ ਜੀ ਦੀ ਹੋ ਰਹੀ ਆ, ਬਾਪੂ ਦੀ ਹੋ ਰਹੀ ਆ। ਜਦ ਉਸਨੇ ਪੁੱਛਿਆ, ਇਹ ਕਹਿਣ ਲੱਗਿਆ ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਘਰ ਦਾ ਮੰਗਤਾ ਹਾਂ। ਤੇ ਕਿਰਪਾਲ ਚੰਦ ਕਟੌਚੀਆ ਸੋਚਣ ਲੱਗਿਆ ਜਿਸ ਘਰ ਦੇ ਮੰਗਤੇ ਐਸੇ ਸ਼ਾਹੀ ਠਾਠ 'ਚ ਰਹਿੰਦੇ ਆ, ਉਸ ਘਰ ਦੇ ਅਮੀਰ
ਤੇ ਉਹ ਘਰ ਵਾਲਾ ਖੁਦ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਕੈਸਾ ਹੋਵੇਗਾ। ਕਹੋ ਸਤਨਾਮ ਸਿੰਘ। ਤਾਂ ਕਿਰਪਾਲ ਚੰਦ ਕਟੌਚੀਏ ਨੇ ਪਹਿਲੀ ਵਾਰ ਇਹ ਸੀਨ ਦੇਖਿਆ ਸੀ ਤੇ ਫਿਰ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਉਣ ਜਾਣ ਲੱਗਿਆ। ਕਹਿਣ ਤੋਂ ਭਾਵ ਹੈ ਜਦੋਂ ਗੁਰੂ ਖੁਸ਼ ਹੋ ਜਾਵੇ ਤੇ ਫਿਰ ਕਿੰਨੀਆਂ ਬਖਸ਼ਾਂ ਕਰਦਾ। ਇਸ ਗਰੀਬ ਸਿੱਖ ਦੀ, ਗਰੀਬ ਕਵੀ ਦੀ ਗੁਰੂ ਪਿਆਰੋ ਗਰੀਬੀ ਦੂਰ ਕਰ ਦਿੱਤੀ। 18,000 ਚਾਂਦੀ ਦਾ ਰੁਪਈਆ, ਹਿਸਾਬ ਲਾ ਲਓ ਵੀ ਅੱਜ ਕਿੰਨੇ ਦਾ ਹੋਵੇਗਾ, ਉਸ ਵੇਲੇ ਇਸ ਨੂੰ ਦੇਣਾ ਕੀਤਾ। ਫਿਰ ਇਹਦਾ ਘਰ ਵੀ ਵਧੀਆ ਬਣ ਗਿਆ, ਸਾਰੀਆਂ ਸਹੂਲਤਾਂ ਵੀ ਘਰੇ ਆ ਗਈਆਂ। ਇੰਨਾ ਹੀ ਨਹੀਂ, ਆਤਮਿਕ ਅਵਸਥਾ ਬ੍ਰਹਮ ਗਿਆਨ ਦੀਆਂ ਦਾਤਾਂ ਵੀ ਨਾਲ ਦਿੰਦੇ ਸਤਿਗੁਰੂ, ਕਿਉਂਕਿ ਜਿਹੜੀ ਮਾਇਆ ਉਹ ਤਾਂ ਸੰਸਾਰੀ ਲੋੜਾਂ ਹਨ, ਪਰ ਸਤਿਗੁਰੂ ਪਾਤਸ਼ਾਹ ਨਾਲ ਨਾਲ ਆਪਣੇ ਸਿੱਖਾਂ ਨੂੰ ਬ੍ਰਹਮ ਗਿਆਨ ਦੀ ਨਾਮ ਦੀ ਦਾਤ ਵੀ ਬਖਸ਼ੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਸਾਹੋ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਨਾਮ ਦੀ ਦਾਤ ਵੀ ਦਿੰਦੇ ਆ। ਤੋ ਇੱਥੇ ਪੰਜਵੇਂ ਪ੍ਰੀਤਮ ਲਿਖਦੇ ਆ, ਜਦੋਂ ਗੁਰੂ ਨੇ ਕਿਰਪਾ ਕੀਤੀ ਇਹਨਾਂ ਉੱਤੇ ਵੀ, ਚੌਥੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਨਾ, ਇਹਨਾਂ ਨੇ ਵੀ ਉਹ ਚੀਜ਼ ਫੀਲ ਕੀਤੀ ਆ ਤੇ ਸਾਨੂੰ ਵੀ ਦੱਸਦੇ ਆ। ਗੁਰੂ ਦੀ ਕਿਰਪਾ ਲਓ। ਮਾਝ ਮਹੱਲਾ ਪੰਜਵਾ। ਸਭੇ ਸੁਖ ਭਏ ਪ੍ਰਭ ਤੁਠੇ, ਗੁਰ ਪੂਰੇ ਕੇ ਚਰਨ ਮਨ ਉਠੇ। ਸਹਿਜ ਸਮਾਧ ਲੱਗੀ ਲਵੇ ਅੰਤਰ। ਹੁਣ ਆਤਮਿਕ ਸੁਖ ਪ੍ਰਾਪਤ ਹੋ ਗਿਆ। ਜਿਹੜੇ ਹੱਠ ਯੋਗ ਜੋਗੀ ਕਰਦੇ ਸੀ, ਸ਼ਾਇਦ ਉਹਨਾਂ ਨੂੰ ਓਨੀ ਸ਼ਾਂਤੀ ਨਾ ਆਈ ਹੋਵੇ ਜਿਹੜੀ ਬਾਬੇ ਨਾਨਕ ਨੇ ਸਹਿਜੇ ਦੇ ਦਿੱਤੀ। ਸਾਨੂੰ ਸਹਿਜ ਅਵਸਥਾ ਬਖਸ਼ੀ। ਇਹ ਸਹਿਜ ਅਵਸਥਾ ਜਿਹੜੀ ਹੈ ਇਹ ਸਾਨੂੰ ਗ੍ਰਸਤੀ ਜੀਵਨ ਬਤੀਤ ਕਰਦਿਆਂ ਹੀ ਦੇ ਦਿੱਤੀ। ਹੱਸੰਦਿਆਂ, ਖਿਲੰਦਿਆਂ, ਪਹਿਨੰਦਿਆਂ, ਖਾਵੰਦਿਆਂ ਵਿੱਚੇ ਹੋਵੇ ਮੁਕਤ। ਨਾਨਕ ਸਤਿਗੁਰ ਭੇਟਿਆ ਐਸੀ ਹੋਵੇ ਜੁਗਤ। ਜਦੋਂ ਗੁਰੂ ਮਿਲਦਾ ਹੈ ਤਾਂ ਫਿਰ ਸਿੱਖ ਨੂੰ ਗ੍ਰਸਤੀ ਜੀਵਨ ਦੇ ਵਿੱਚ ਹੀ ਸੰਤ ਵੀ ਬਣਾ ਦਿੰਦਾ। ਕਹੋ ਸਤਨਾਮ ਸਿੰਘ। ਗ੍ਰਸਤੀ ਜੀਵਨ ਨੂੰ ਸਤਿਗੁਰਾਂ ਨੇ ਸਭ ਤੋਂ ਉੱਚਾ ਜੀਵਨ ਕਿਹਾ। ਜਿਸ ਵੇਲੇ ਉਹ ਕਹਿੰਦੇ ਆ ਨਾ, ਕਹਿੰਦੇ ਨਾਨਕ ਤੂੰ ਤਾਂ ਗ੍ਰਸਤੀ ਸੀਗਾ, ਤੈਨੂੰ ਆ ਸਾਧਾ ਵਾਲਾ ਬਾਣਾ ਪਾਉਣ ਦੀ ਕੀ ਲੋੜ ਸੀ, ਤੂੰ ਕਿੱਧਰ ਚਲੇ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰਮੁਖਾਂ ਦੇ ਦਰਸ਼ਨਾਂ ਵਾਸਤੇ ਨਿਕਲੇ ਆ। ਕਹੋ ਸਤਨਾਮ ਸਿੰਘ। ਮੈਂ ਗ੍ਰਸਤੀ ਜੀਵਨ ਨੂੰ ਛੱਡ ਕੇ ਨਹੀਂ ਆਇਆ, ਗ੍ਰਸਤੀ ਜੀਵਨ ਮੇਰਾ ਹੈਗਾ, ਪਰ ਮੈਂ ਇਹ ਬਾਣਾ ਪਾ ਕਰਕੇ ਗੁਰਮੁਖਾਂ ਦੇ, ਰੱਬ ਦੇ ਪਿਆਰਿਆਂ ਦੇ ਦਰਸ਼ਨਾਂ ਲਈ ਆਇਆ ਹਾਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਖੁਸ਼ ਹੋਇਆ, ਸਹਿਜ ਸਮਾਧ ਲੱਗੀ ਲਵੇ ਅੰਤਰ। ਸਹਿਜੇ ਹੀ ਆਤਮਕ ਆਨੰਦ ਮਿਲ ਗਿਆ। ਇਹ ਤਾਂ ਫਿਰ ਉਹੀ ਜਾਣਦਾ ਜਿਹਨੂੰ ਮਿਲਿਆ। ਸੋ ਰਸ ਸੋਈ ਜਾਣੈ ਜੀਓ, ਉਹ ਰਸ ਛਾਡੇ ਇਹ ਰਸ ਆਵਾ ਆਪਣੇ ਅੰਦਰੋਂ। ਅੰਦਰਲਾ ਰਸ ਉਹਨਾਂ ਨੂੰ ਮਿਲਦਾ ਜਿਹੜੇ ਸੰਸਾਰੀ ਰਸਾਂ ਨੂੰ ਛੱਡ ਕੇ ਆਪਣੇ ਆਪੇ ਨਾਲ ਜੁੜਦੇ ਨੇ। ਅਗਲੀ ਪੰਕਤੀ ਵਿੱਚ ਪ੍ਰੀਤਮ ਕਹਿੰਦੇ, ਅਗਾਮੇ ਅਗੋਚਰ ਸਾਹਿਬ ਮੇਰਾ, ਪਰੇ ਤੋਂ ਪਰੇ ਪਾਰ ਬ੍ਰਹਮ ਪੂਰਨ ਅਪਰੰਪਰ। ਨਾਨਕ ਗੁਰ ਮਿਲਿਆ ਸੋਈ ਜੀਓ। ਪਰੇ ਤੋਂ ਪਰੇ ਇਹ ਗੁਰ ਮੈਨੂੰ ਪ੍ਰਾਪਤ ਹੋਇਆ। ਬਈ ਪਰਮੇਸ਼ਰ ਜਿਹੜਾ ਹੈ ਸ੍ਰਿਸ਼ਟੀ ਤੋਂ ਪਰੇ ਹੈ, ਸਾਡੀ ਬੁੱਧੀ ਤੋਂ ਪਰੇ ਹੈ, ਸਾਡੇ ਕਰਮ ਇੰਦਰੀ ਗਿਆਨ ਇੰਦਰੀਆਂ ਤੋਂ ਪਰੇ ਹੈ। ਜਦੋਂ ਅਸੀਂ ਇਹਨਾਂ ਦੇ ਵਿੱਚੋਂ ਨਿਕਲਾਂਗੇ ਤਾਂ ਜਾ ਕੇ ਉਹਦੇ ਨਾਲ ਮਿਲ ਸਕਦੇ ਹਾਂ। ਜਿੰਨਾ ਚਿਰ ਅਸੀਂ ਆਪਣੀ ਮਨਮਤ ਵਰਤਦੇ ਹਾਂ, ਆਪਣੀ ਬੁੱਧੀ ਵਰਤਦੇ ਹਾਂ, ਉਹਨਾਂ ਚਿਰ ਨਹੀਂ ਮਿਲਿਆ ਜਾਣਾ। ਆਪਣੀ ਬੁੱਧੀ ਤੋਂ ਪਰੇ ਟੱਪਣਾ ਪੈਣਾ। ਇਸ ਕਰਕੇ ਗੁਰੂ ਕਿਰਪਾ ਕਰਨ। ਪ੍ਰੀਤਮ ਜੀ ਕਹਿੰਦੇ, ਅਗਾਮੇ ਅਗੋਚਰ ਸਾਹਿਬ ਮੇਰਾ, ਘਟ ਘਟ ਹੀ ਅੰਤਰ ਵਰਤੈ ਨੇਰਾ। ਉਹ ਹਰੇਕ ਦੇ ਨੇੜੇ ਵੀ ਆ, ਸਭ ਦੇ ਅੰਦਰ ਵੀ ਬੈਠਾ ਹੈ ਤੇ ਹੈ ਵੀ ਪਰੇ ਤੋਂ ਪਰੇ, ਸਭ ਦੇ ਨੇੜੇ ਵੀ ਹੈ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਉਹ ਇੱਕ ਸ਼ਕਤੀ ਵੀ ਹੈ ਤੇ ਉਹਨੇ ਆਪਣਾ ਜਾਲ ਜਿਹੜਾ ਸਾਡੇ ਸਾਰੇ ਜੀਵਾਂ ਨਾਲ ਵੀ ਜੋੜਿਆ ਹੋਇਆ, ਕਨੈਕਟ ਕੀਤਾ ਹੋਇਆ। ਇਸ ਕਰਕੇ ਉਹ ਇਕੱਲਾ ਸਾਡੇ ਸਾਰਿਆਂ ਦੇ ਵਿੱਚ ਵੀ ਹੈ। ਜਿਸ ਤਰ੍ਹਾਂ ਨੈਟਵਰਕ ਹੁੰਦਾ ਹੈ ਨਾ, ਸਾਰਿਆਂ ਦੇ ਮੋਬਾਈਲਾਂ ਨਾਲ ਜੁੜਿਆ ਹੋਇਆ, ਇਸੇ ਤਰ੍ਹਾਂ ਹੀ
उस परमेश्वर का जिहड़ा ख्याल है, उहदा हुक्म है, साडे सारे जीवां नाल जुड़िया होया। हुक्म ही हुक्म चलाए राह, नानक विगसै बेपरवाह। प्रीतम जी कहते अगामी अगोचर साहिब मेरा, घट घट यंत्र वरतै नेरा। सदा अलिपत जियां का दाता, अलिपत विच रह के भी निर्लेप है। साडा सुभाਅ हो रहा ना, किसी नाल 10 दिन रह पईए तो असीं उहदे विच खुभ जाने आ। बच्चियां दे विच अपना मोह बस गया तो आपां उहदे विच खुभ गए। साडे शरीर दे विच 3 शरीर हन। एक साडा यह अस्थूल शरीर है, एक इह कारण शरीर है, तो एक सूखम शरीर है। जिहड़ा कारण शरीर है ये सूखम ते अस्थूल दोनों नूं जोड़दा है। सूखम तो आत्मा है, तो कारण किहड़ा फिर, जिस दे कारण करके सानू शरीर चकने पैंदे आ। कारण का मतलब समझण वास्ते गुरु का बचन जानिए कि अंत काल जे लड़के सिमरे, ऐसी चिंता में जे मरे, सोकर जोन बल बल औतरे। ये जीव मनुखा जूनी चों निकलदा होया ये फुरना चक लिया कि मेरे बच्चे, हाय मेरे बच्चे कौन पालूगा। ये कारण बन गया ना, ये कारण शरीर ये आ। ते इस कारण शरीर दे करके ये फुरना चक्कन करके इस कारण शरीर ने सूखम नूं सूर दी जूनी च पाता। परमेश्वर कहंदे जे बच्चे पालने है ते सूर बन जा। हुण इहदे विचों तां जान साडी निकल गई, ਇਹ शरीर तो छड़ता सौखा साडे सूखम ने, पर फुरनिया वाला शरीर है जिहड़ा कारण शरीर, उहनूं छड्डना बड़ा औखा है। वो खैड़ा नहीं छड्डदा इसदा। फुरने ही सानू बार बार नवे नवे थावां ते जन्म दिंदे आ। 4 उदाहरणां भगत लोचन दीयां पातशाह ने बाणी विच पाईआं। अंत काल जे लक्ष्मी सिमरे, ऐसी चिंता में जे मरे। सर्प जोन बल बल उतरे, कारण माया संभालनी। कहने जा फिर सप बन जा। ये चमकलियां चीज़ां विच बैठदे आ, हीरे जवाहरातां विच सोने चांदी च बहिंदे आ। सप कहंदे जिथे वड्डे खजाने होण उत्थे रहिंदे आ। इस तरह ही अरी बाई गोबिंद ना मत विसरे, वो फुरनियां दे शरीर चों निकलण वास्ते सानू गुरु कृपा करके कढ सकदा। अगे लिखते हैं अंत काल जे मंदिर सिमरे, जे मरदा मरदा ये कहना हाय मेरा घर, मैं तो मर गया, मैं तो मसा कोठी पाई सी, हुण की बनूगा। बाबा जी कहने जी इसे घर च ही रहना है तो फिर तू भूत प्रेत बन के तुरिया। फिर वो काल शरीर में फिर फस गया, साडा सूखम निकल नहीं सके। अंत काल जे मंदिर सिमरे, ऐसी चिंता में जे मरे। प्रेत जौन बल बल औतरे, अंत काल जे लड़के सिमरे। ऐसी चिंता में जे मरे। सोकर जौन बल बल औतरे, बार बार सूर दी जूनी प्राप्त करूगा। अंत काल इस्त्री सिमरे, मरदा मरदा कहना हाय मैं मर गया, मेरी घरवाली का की बनूगा, मेरी इस्त्री रह गई। परमेश्वर कहते जे यही वधिया लगता फिर तैनू इस्त्री भी बना दिंदे आ। कहो सतनाम। बेसवा जोन होए बल बल औतरे। फिर वो वेसवा ने वैश्या के रूप दे विच जांदी आ। आत्मा, आत्मा उही आ, इस्त्रियां विच भी आ, मनुखां विच भी आ, कीड़ी तो लैके हाथी तक सारे जीवां विच भी आ। आत्मा इक्को ही आ। फिर महाराज ये तीसरे शरीर चों, कारण शरीर चों सूखम किवें निकले। बाबा जी कहने अंत काल नारायण सिमरे, परमेश्वर नूं जाप करे तो वह सूखम कारण विचों निकल के परमेश्वर विच मिल सकता है। ऐसी चिंता मह जे मरे, जे ऐस ख्याल नूं लैके शरीर नूं छड्डे, पहला स्थूल नूं फिर कारण भी छुट जूगा। ऐसी चिंता में जे मरे। बादत लोचन ते नर मुक्ता, पीतंबर वाक हृदय वसे। वो इस शरीर नूं छड्ड के, कारण नूं छड्ड के सुनहरी स्वरूप परमेश्वर दे विच मिल जावेगा। इस करके है तो सब दे नेड़े, पर जे कोई पछाणे अगामी अगोचर साहिब मेरा। घट घट अंतर वरतै नेरा, सदा अलिप्त जियां का दाता। बिचे रह रहा है, निर्लेप है साडा मालक साडा दाता।
को विरला आप पछाणै जियो, कोई विरले विरले अपने आपे की खोज करते हैं। गुरु नूं मिल के विरले विरले जिहड़ी आपां समाधि लाउणी आ जां सिमरन करना जां सुबह चुप करके बैठना घंटा अद्धा घंटा, ਉਹਦੇ ਵਿੱਚ करना की आ, ध्यान धरना है परमेश्वर का। हुण परमेश्वर की कोई फोटो नहीं हैगी, फिर ध्यान किवें धरांगे? बिन पेखे को कैसो ध्यान, तां ते परमेश्वर की फोटो है नहीं, तुसीं अपने चेहरे का ध्यान ही धर लो। किसी दूजे शरीर का ध्यान धरन की बजाय तुसीं आप दा ध्यान धर लो। इत्थे ध्यान धरदे होए वाहिगुरू मंत्र का जाप करो। धुन मैं ध्यान, ध्यान मैं जानिया गुरमुख अकथ कहानी। इस तरह ध्यान धरे तो बगैर निकल नहीं सकते आपां। तो पछानना की है? अपने आपे की खोज करनी है। मैं कौन हाँ, कित्थों आया, की लैन आया, मेरा पिछोकड़ की है, मैं उत्थे वापस किवें जावां। को सतनाम, ये काम करना है आपां। प्रीतम जी कहंदे को विरला आप पछाणै जियो, ये काम किवें होगा? अगली पंक्ति पढ़ लो। प्रभ मिलने की यह निशानी, एक निशानी, एक लक्षण तुहानूं दसदे आ। मन इको सच्चा हुक्म पछाणी। नंबर एक, सच ते चलना। सच्चा हुक्म भाव सच ते चलना। सहज संतोख सदा तृप्ता सै, सहज विच रहना, सबर संतोख च रहना। ये तीन चीज़ां ग्रहण कर लो। ये निशानी है रब दे मिलण दी। जदों ये तीन चीज़ां तुहाडे विच एक्टिव हो गईयां, जदों तुसीं सच ते चलण लग गए, झूठ नूं त्यागता, जदों तुसीं सहज अवस्था विच हो गए, हौली हो गए, जिवें नामदेव नूं जिस वेले उन्हां दे घर नूं अग लगी ते आंढियां गवांढियां ने अग बुझाई, समान बचाया जिन्ना बचा सके, और एक बंदे नूं भजाया, जा भज के नामदेव नूं सद के लियाओ, मंदिर च बैठा होना। परिवार बाहर बैठा है, गुआढ़ी अग बुझा रहे हैं, समान बचा रहे हैं जिन्ना क बचिया। एक बंदा अपने वर्गा कोई भजिया भजिया मंदिर च पहुंचिया, भगत जी घरे चलो, की हो गया? तुहाडे घर नूं अग लग गई। कोई नहीं, चलते हैं, शब्द पूरा कर लीए। जिहड़ा सदन गया वो बहुत काहली च है, वो कहना छेती चलो। भगत जी उठ के तुर पे, पर हले भी हौले हौली तुरे आउंदे आ। सदन वाला कहना छेती चलो, मारा घर मची जांदा। कहते मचदा तो मचे, मैं तो हौली मसा होया, तेज तो सारे भजे फिरदे आ। सहज अवस्था जिन्ना लभी, भाई नंद लाल जी गोया, सहज अवस्था जिन्ना लभी, रब तिन्ना दी बुकल है। जंगल बेले दे विच जाना वाधू काम शुदादा है। कहो सतनाम, लोड़ नहीं किधरे जाण दी, घरों ही मिल जाना। तीन चीज़ां देतियां ना सानू, सच, सहज ते संतोख। जदों नामदेव जी घरे आए, मचिया होया घर देखिया, समान कुछ बाहर पिया, बच्चे बाहर बैठे आ, पर भगत जी अपनी मस्ती विच ही हन, सहज विच हन। ये चक चक के समान अग सिटन लगे, कहने घर तू सांभ लिया, समान भी तू सांभ, हुण मैं इहनूं कित्थे रखां। कोई सतनाम। गुआढ़ी रोकदे आ, महाराज इसदा मसा कढ़िया विचों, कहने मैं कित्थे रखूँगा हुण? जिथे घर सांभ लिया उत्थे समान भी सांभ ले। भाव अग दे विच भी रब नूं देख रहे आ। कोई सतनाम साचे साहिबा, घट घट मैं हर जू बसै, संतन कहो पुकार। फिर आपां बाणी चों पढ़िया कि नामदेव दी घर भी बना गया परमेश्वर, क्योंकि वह परमेश्वर ते डिपेंड सी। मन इको सच्चा हुक्म पछाणी, सहज संतोख सदा तृप्तासे, आनंद खसम के भाणे जियो। ते चौथा बचन आ गया भाणा। परमेश्वर दे भाणे च रहना, सच ते चलना, संतोख रखना और सहज अवस्था रखनी। ये चार चीज़ां जिहड़ियां रब दे मिलण दीयां निशानियां हन। जन्म मरण सब रोग सब निवारे। जे तू ये काम कर लिया, ये चार चीज़ां देऊगा भी गुरु तैनू, तू मंगिया कर, ये चार चीज़ां दे दिओ। हथी दित्ती प्रभ देवन हारे, परमेश्वर आप देऊगा। जन्म मरण रोग सब निवारे, नाले तैनू मुक्ति देऊगा, सहज अवस्था देऊगा, नाले तेरा जमना मरना कटूगा। नानक दास किए प्रभे अपने, मैनू आपदा ही बना लिया।
एक बच्ची अपने पेके छड्ड के, माँ प्यो छड्ड के, परिवार छड्ड के कित्थे जांदी आ? सहुरियां दे घर। पति ते डिपेंड है, सारे रिश्तेदार साग संबंध छड्ड के वो लड़की जिस तरह अपने पति ते डिपेंड है, उहदे हुक्म विच चलदी है, पति भी उसनूं अपनी बना के अपना सब कुछ उहदा कर दिंदा। अज दा कानून भी बनिया ना कि पति की संपत्ति की मालकन उहदी घर वाली आ। कहो सतनाम श्री। इसे तरह जदों ये जीव परमेश्वर का बन गया तो फिर परमेश्वर दीयां दातां भी उहदियां हो गईयां। बाबा फरीद जी कहते आप सवारे मैं मिले, मैं मिलिया सो खोए फरीदा, जे तू मेरा होए रहे सब जग तेरा होए। सृष्टि परमेश्वर दी आ, सानू उहने आपदे बना लिया तो सारी सृष्टि उहदी हो गई। इस करके असी भी सृष्टि के मालक हाँ। मनुख जिहड़ा है कुदरत का मालक है, ये दूजा राजा परमेश्वर का भेजिया। आखिरी पंक्ति विच बाबा जी कहते नानक दास किए प्रभ अपने, हर कीर्तन रंग माणे जियो। हुण मैं कुछ नहीं करता, सारा कुछ उही करदा। इस्त्री घरे बैठ के प्रशादा पानी तैयार करती है, सब काम करती है घर दे, पर बाहरों जो लैके आना ये मनुख आपे लैके आउंदा है। उन्होंने पता है मेरा परिवार, मेरी घर वाली मेरे ते डिपेंड है। कहो सतनाम। जदों असी परमेश्वर ते डिपेंड हो गए फिर वो भी अपने बच्चों नूं उवें ही पालदा, जदों असी उते डिपेंड हो जाएंगे। हर जुग जुग भगत पाया, पैज रखदा आया राम राजे, हरनाकस दुष्ट हर मारिया, प्रहलाद तराया, अंकारियां निंदकां पिठ दे नाम देव मुख लाया। जन नानक ऐसा हर सेविया, नानक दास किए प्रभ अपने, हर कीर्तन रंग माने जियो। मैं तो हुण उहदी सिफत ही करदा, बाकी सारे काम ओही करदा। कबीर का लंगर चलाउणा, कबीर की लड़की का विआह करना, भगत नामदेव का घर बनाउणा, धन्ने दीआं मझां चारनियां, नाल खेतीबाड़ी कराउणी, सैन नाई के थां ते जाके राजे की मालिश कर जाना। कितनियां घटनावां दुनिया विच होईयां, ये उहदे प्रेम करके होईयां। खैर ये सी पवित्र शब्द दी विचार। ये नानक पंजवें पातशाह, पंजवें नानक गुरु अर्जन देव जी कहते हुण तां मैं बस उहदी सिफत ही करदा हाँ। महाराज कमाल हो गई, ये गल बनी किवें? सिख ने फिर पूछे, अगला सवाल पैदा हो गया, बनी किवें? ते अगले शब्द विच दसदे न, माज महला पंजवा, कीनी दया गोपाल गुसाई, गुर के चरण बसे मन माही, अंगीकार किया तिन करते, दुख का डेरा ढाया जियो। उन्हें मैनू आपदा बना लिया, मेरे दुखों का खात्मा करता। खैरे विचारा इत्थे रोकते हैं। ये शब्द की विचार आप कल नूं सरवण करांगे। हुण इत्थे रोकण की आग्या बख्शो। बोलदिआं ने एक अखर बाद घाट हो जाते। सिख संगतां ते सतगुरु बख्शण योग है, बख्श लैना जी। समाप्ति करिए। मिलाओ फतेह पाओ फतेह। वाहिगुरू जी का खालसा, वाहिगुरू जी की फतेह। वाहिगुरू